ਵਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਬ੍ਰਹਮ ਝੋਟਾਂ ਖਾਵੈ। ਬਿਨ ਭਾਗਾ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਓ। ਵਡ ਭਾਗੀ ਜਨ ਹੋ ਜੋ ਅੰਮ੍ਰਿਤ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲਾਂ ਦਰਸ਼ਨ ਦੀਦਾਰੇ ਕਰਦੇ ਹੋ, ਫਿਰ ਉਸ ਤੋਂ ਬਾਅਦ ਅੰਮ੍ਰਿਤ ਬਾਣੀ ਪੜ੍ਹਦੇ ਤੇ ਸੁਣਦੇ ਹੋ। ਸਤਿਗੁਰੂ ਮਹਾਰਾਜ ਜੀ ਦੀ ਅਰਦਾਸ ਵਿੱਚ ਸ਼ਾਮਿਲ ਹੋ ਕੇ ਸ਼੍ਰੀ ਹੁਕਮਨਾਮੇ ਸਾਹਿਬ ਜੀ ਦਾ ਪਾਠ ਸੁਣ ਕੇ ਹੁਣ ਸਿਮਰਨ ਵਿੱਚ ਵੀ ਆਪ ਦੀ ਹਾਜ਼ਰੀਆਂ ਭਰੋਗੇ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਇਹ ਉੱਤਮ ਕਰਮਾਂ ਦੀ ਨਿਸ਼ਾਨੀ ਹੈ ਜੋ ਸਤਿਗੁਰੂ ਮਹਾਰਾਜ ਸੇਵਾ ਲੈ ਰਹੇ ਹਨ। ਬੰਦੇ ਦੇ ਵੱਸ ਦੇ ਨਹੀਂ ਹੈ। ਕੋਈ ਮਨੁੱਖ ਸੋਚੇ ਨਾ ਕਿ ਸ਼ਾਇਦ ਮੈਂ ਹਿੰਮਤ ਮਾਰ ਗਿਆ, ਇਹ ਇੰਨਾ ਕੁਛ ਕਰ ਗਿਆ, ਭੁਲੇਖਾ ਨੇ। ਹਿੰਮਤ ਪਾਉਣ ਵਾਲਾ ਵੀ ਸਤਿਗੁਰ ਹੈ ਤੇ ਕਿਰਪਾ ਕਰਨ ਵਾਲਾ ਵੀ ਸਤਿਗੁਰ ਹੈ, ਪਰ ਸਾਡਾ ਕਰਮ ਔਰ ਫਰਜ਼ ਹੈ ਕਿ ਅਸੀਂ ਕਦਮ ਵਧਾਉਣਾ ਹੈ ਗੁਰੂ ਵੱਲ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਸਾਡਾ ਪਹਿਲਾ ਕਦਮ ਹੋਏਗਾ ਜੀ, ਦੂਜਾ ਕਿਰਪਾ ਦਾ ਕਦਮ ਹੋਏਗਾ। ਕਈ ਪੁਰਖ ਵੀ ਇਹ ਗੱਲ ਨੂੰ ਖੋਲ੍ਹਦੇ ਹਨ ਕਿ ਮਿਹਨਤ ਜਾਂ ਉਦਮ ਕਰਨਾ ਸਾਡਾ ਫਰਜ਼ ਹੈ, ਇਹਦੇ ਬਿਨਾਂ ਗੱਲ ਨਹੀਂ ਚੱਲਣੀ। ਸਿੱਧਾ ਕਿਰਪਾ ਨਹੀਂ ਹੁੰਦੀ। ਕਿਰਪਾ ਵੀ ਉਹਦਾ ਸਾਥ ਦਿੰਦੀ ਹੈ ਜਿਹੜਾ ਬੰਦਾ ਮਿਹਨਤੀ ਹੁੰਦਾ ਹੈ, ਜਿਹੜਾ ਪੁਰਖ ਅਭਿਆਸੀ ਹੁੰਦਾ ਹੈ। ਇਸ ਕਰਕੇ ਹਿੰਮਤ ਔਰ ਉਪਰਾਲਾ ਕਰਦੇ ਰਿਹਾ ਕਰੋ। ਅਰਦਾਸ ਤੁਹਾਡੀ ਕੰਮ ਕਰੇਗੀ, ਜ਼ਰੂਰ ਬੇਨਤੀ ਕੰਮ ਕਰੇਗੀ। ਸਾਰੇ ਪਹਿਲਾਂ ਨਾਮ ਜਪੀਏ, ਫਿਰ ਅੱਜ ਦੇ ਹੁਕਮਨਾਮੇ ਦੀ ਕਥਾ ਤੇ ਸੰਤਾਂ ਦੀ, ਮਹਾਂਪੁਰਸ਼ਾਂ ਦੀ ਕਥਾ ਕਰਾਂਗੇ। ਗੁਰੂ ਸਾਹਿਬ ਮਹਾਰਾਜ ਆਪਣੀ ਸੇਵਾ ਲੈਂਦੇ ਹਨ, ਆਪ ਸੇਵਾ ਲੈ ਲੈਣਗੇ। ਆਪ ਜੀ ਕਿਰਪਾ ਕਰਨਾ। ਸਾਰੇ ਜਪੋ ਵਾਹਿਗੁਰੂ 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 ਬਿਨ ਤੁਧ ਹੋਰ ਜੇ ਮੰਗਨਾ, ਬਿਨ ਤੁਧ ਹੋਰ ਜੇ ਮੰਗਨਾ, ਸਿਰ ਦੁੱਖਾਂ ਕੇ ਦੁੱਖ, ਸਿਰ ਦੁੱਖਾਂ ਕੇ ਦੁੱਖ, ਦੇ ਨਾਮ ਸੰਤੋਖਿਆ, ਦੇ ਨਾਮ ਸੰਤੋਖਿਆ, ਉਤਰੇ ਮਨ ਕੀ ਭੂਖ, ਉਤਰੇ ਮਨ ਕੀ ਭੂਖ, ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਤੀਜਾ। ਸ੍ਰੀ ਗੁਰੂ ਅਮਰਦਾਸ ਮਹਾਰਾਜ ਤੀਜੇ ਪਾਤਸ਼ਾਹ ਸੋਰਠ ਰਾਗ ਦੇ ਅੰਦਰ ਅੱਜ ਦੇ ਪਾਵਨ ਮੁੱਖ ਵਾਕ ਅੰਦਰ ਸਿੱਖਿਆ ਦਿੰਦੇ ਹਨ, ਫਰਮਾਉਂਦੇ ਹਨ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗ। ਬਿਨਾਂ ਸਤਿਗੁਰੂ ਜੀ ਦੀ ਸੇਵਾ ਤੋਂ ਦੁੱਖ ਲੱਗਦੇ ਹਨ, ਬਹੁਤਾ ਦੁੱਖ ਲੱਗਾ, ਬਹੁਤ ਜ਼ਿਆਦਾ ਦੁੱਖ ਲੱਗਦੇ ਹਨ। ਜੁਗ ਚਾਰੇ ਭਰਮਾਈ। ਸਾਰੇ ਯੁੱਗਾਂ ਦੇ ਅੰਦਰ ਇਨਸਾਨ ਭਟਕਦਾ ਹੈ ਤੇ ਰੂਹ ਸਾਡੀ ਦੁੱਖ ਪਾਉਂਦੀ ਹੈ। ਜਿੰਨੇ ਵੀ ਯੁੱਗ ਹਨ, ਚਾਰੋਂ ਯੁੱਗ ਹਮ ਦੀਨ ਤੁਮ ਜੁਗ ਜੁਗ ਦਾਤੇ। ਸਤਿਗੁਰੂ ਮਹਾਰਾਜ ਆਪਣੇ ਬਾਰੇ ਸੰਬੋਧਨ ਕਰਦੇ ਕਹਿੰਦੇ ਹਨ ਕਿ ਅਸੀਂ ਬੜੇ ਦੀਨ ਹਾਂ, ਬੜੇ ਨਿਮਾਣੇ ਹਾਂ। ਤੁਮ ਜੁਗ ਜੁਗ ਦਾਤੇ, ਤੁਸੀਂ ਯੁਗਾਂ ਦੇ ਦਾਤੇ ਹੋ। ਸ਼ਬਦੇ ਦੇ ਬੁਝਾਈ, ਸ਼ਬਦ ਦੇ ਨਾਲ ਇਹ ਗੱਲ ਬੁਝੀ ਹੈ। ਸ਼ਬਦ ਨੇ ਸਾਨੂੰ ਇਹ ਗਿਆਨ ਬਖਸ਼ਿਆ ਹੈ। ਮਹਾਰਾਜ ਹਰਿ ਜੀਓ ਕਿਰਪਾ ਕਰੋ ਤੁਮ ਪਿਆਰੇ। ਇਹ ਹਰੀ ਜੀ ਆਪਣਾ ਕਿਰਪਾ ਭਰਿਆ ਹੱਥ ਰੱਖੋ। ਸਤਿਗੁਰ ਦਾਤਾ ਮੇਲ ਮਿਲਾਵੋ। ਇਹ ਸਤਿਗੁਰ ਦਾਤਾ ਜੀ ਮੇਲ ਵੀ ਮਿਲਾ ਲਓ, ਆਪਣੇ ਨਾਲ ਹੀ ਸਾਨੂੰ ਰਲਾ ਲਓ। ਹਰ ਨਾਮ ਦੇਵੋ ਆਧਾਰੇ। ਜਿਹੜਾ ਸਿਮਰਨ ਹੈ, ਪ੍ਰਭੂ ਦਾ ਨਾਮ ਹੈ, ਉਹ ਸਾਡਾ ਆਧਾਰ ਬਣ ਜਾਵੇ, ਸਾਡੀ ਖੁਰਾਕ ਬਣ ਜਾਵੇ। ਮਨ ਤੇ ਆਤਮਾ ਦੀ ਖੁਰਾਕ ਇਹ ਨਾਮ ਹੀ ਹੈ, ਜਿਹੜਾ ਆਪ ਜੀ ਨੇ ਹੁਣੇ ਜਪਿਆ ਹੈ। ਇਹ ਆਧਾਰ ਬਣ ਜਾਵੇ। ਸਤਿਗੁਰੂ ਮਹਾਰਾਜ ਇਹ ਬੇਨਤੀ ਕਰਦੇ ਹਨ। ਰਹਾਓ ਮਨਸਾ ਮਾਰ ਦੁਬਿਧਾ ਸਹਿਜ ਸਮਾਣੀ। ਮਨਸਾ ਮਾਰ ਦਿੱਤੀਆਂ ਹਨ, ਆਸਾ ਮਨਸਾ ਸਭ ਤਿਆਗ, ਸਾਰਾ ਕੁਝ ਤਿਆਗ ਕਰਤਾ ਹੈ। ਮਨਸਾ ਮਾਰ ਦੁਬਿਧਾ, ਦੁਬਿਧਾ ਸਹਿਜ ਸਮਾਣੀ। ਦੁਬਿਧਾ ਦੂਰ ਕਰੋ, ਸਹਿਜ ਸਮਾ ਜਾਏ ਸਾਡੇ। ਪਾਇਆ ਨਾਮ ਅਪਾਰਾ। ਜਦ ਦਾ ਨਾਮ ਨਾਲ ਸਾਡੀ ਸਾਂਝ ਪਈ ਹੈ, ਸਹਿਜ ਆਣਾ ਜ਼ਿੰਦਗੀ ਅੰਦਰ ਸ਼ੁਰੂ ਹੋ ਗਿਆ ਹੈ। ਸਹਿਜ, ਇਹ ਸਹਿਜ ਅਵਸਥਾ ਬੜੇ ਹੀ ਕਿਸੇ ਵਿਲੇ ਵਿਲੇ ਨੂੰ ਪ੍ਰਾਪਤ ਹੋਈ ਹੈ। ਜਿਹਦੇ ਮਨ ਦੇ ਅੰਦਰ ਠਹਿਰਾਵ ਆਉਣਾ ਸ਼ੁਰੂ ਹੋ ਗਿਆ, ਸਹਿਜ ਆਉਣਾ ਸ਼ੁਰੂ ਹੋ ਗਿਆ ਨਾ, ਉਹ ਧੀਰੇ ਧੀਰੇ ਆਤਮਕ ਰਸਤੇ ਉੱਪਰ ਚੱਲਣਾ ਸ਼ੁਰੂ ਕਰ ਦੇਗਾ। ਉਹਦੇ ਉੱਪਰ ਉਹਦੀ ਤਰੱਕੀ ਹੋਣੀ ਸ਼ੁਰੂ ਹੋ ਜਾਏਗੀ। ਹਰ ਰਸ ਚਾਖ ਮਨ ਨਿਰਮਲ ਹੋਆ। ਹਰੀ ਦਾ ਰਸ ਚਾਖ ਕੇ ਮਨ ਨਿਰਮਲ ਹੋਇਆ ਹੈ। ਕਿਲ ਵਿਕ ਕਾਟਨ ਹਾਰਾ। ਜਿੰਨੇ ਵੀ ਦੁੱਖ ਹੈ ਉਹ ਸਾਰੇ ਸਤਿਗੁਰੂ ਮਹਾਰਾਜ ਜੀ ਨੇ ਕੱਟ ਲਿੱਤੇ ਹਨ। ਆਖੋ ਸਤਨਾਮ ਸ਼੍ਰੀ ਵਾਹਿਗੁਰੂ।
ਇੰਨਾ ਲਾਭ ਨਾਮ ਜਪਣ ਦਾ, ਸ਼ਬਦ ਦੀ ਵਿਚਾਰ ਕਰਨ ਦਾ। ਬਾਣੀ ਵਿਰਲੋ ਵਿਚਾਰ ਸੀ। ਕੋਈ ਵਿਰਲਾ ਹੋਏਗਾ ਜੋ ਬਾਣੀ ਦੇ ਅੰਦਰ ਵਿਚਾਰ ਨੂੰ ਸਮਝ ਕੇ ਪਾਠ ਕਰੇਗਾ। ਸਮਝ ਇੱਕ ਤੁਕ ਤੇ ਵਿਚਾਰ ਧਾਰੇਗਾ, ਖਾਲੀ ਪੜੇਗਾ ਨਹੀਂ। ਪੜ ਗੱਡੀ ਲੱਦੀ ਹੈ, ਉਹ ਹਿਸਾਬ ਨਹੀਂ ਕਰਨਾ। ਸ਼ਬਦ ਮਰੋ ਫਿਰ ਜੀਵੋ ਸਦੀ। ਸ਼ਬਦ ਦੇ ਅੰਦਰ ਮਰਨਾ ਹੈ ਅਸੀਂ, ਆਤਮਕ ਮੋਹ ਜਿਹਨੂੰ ਕਹਿੰਦੇ। ਫਿਰ ਜੀਵੋ ਸਦੀ ਕਹਿੰਦੇ ਨਾਲ ਹੀ ਤੁਹਾਡਾ ਜੀਵਨ ਹੋ ਜਾਏਗਾ ਨਵਾਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪਹਿਲੇ ਆਪਾਂ ਮਾਰੋਗੇ ਨਾ ਤੁਸੀਂ ਸ਼ਬਦ ਲਿਆ, ਫਿਰ ਸਤਿਗੁਰ ਕਹਿੰਦੇ ਗਰੰਟੀ ਮੈਂ ਦੇਣਾ, ਜੀਵਨ ਮੈਂ ਤੈਨੂੰ ਦੇਵਾਂਗਾ। ਨਾਲੋਂ ਨਾਲ ਜੀਵਨ ਸ਼ੁਰੂ, ਤੇਰੀ ਨਵੀਂ ਜ਼ਿੰਦਗੀ ਸ਼ੁਰੂ। ਤਾਂ ਫਿਰ ਮਰਨ ਨਾ ਹੋਈ। ਔਰ ਇੱਕ ਹੋਰ ਫਾਇਦਾ ਸਤਿਗੁਰ ਤੀਜਾ ਲਾਭ ਹੋਰ ਦੇ ਰਹੇ ਹਨ। ਕਹਿ ਰਹੇ ਫਿਰ ਤੇਰੀ ਮੌਤ ਨਹੀਂ ਆਉਣ ਦੇਵਾਂਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਦੇਖੋ ਇੱਕੋ ਤੁਕ ਦੇ ਅੰਦਰ ਤਿੰਨੋਂ ਅਵਸਥਾ। ਦੁਬਾਰਾ ਸੁਣੋ, ਸ਼ਬਦ ਮਰੋ, ਪਹਿਲੇ ਸ਼ਬਦ ਦੇ ਨਾਲ ਮਰਨਾ ਸਿੱਖੋ। ਸ਼ਬਦ ਕੀ ਕਹਿ ਰਿਹਾ ਹੈ? ਆਪਣੀ ਆਤਮਾ ਨੂੰ ਝੰਜੋੜ ਕੇ ਮਾਰ ਦੋ ਸ਼ਬਦ ਦੇ ਕੇ। ਫਿਰ ਜੀਵੋ ਸਦ ਹੀ, ਫਿਰ ਤੁਹਾਨੂੰ ਜੀਵਨ ਮਿਲ ਜਾਏਗਾ ਜੀ। ਤਾਂ ਫਿਰ ਮਰਨ ਨਾ ਹੋਈ, ਫਿਰ ਐਸਾ ਜੀਵਨ ਦੇਣਗੇ ਸਤਿਗੁਰੂ, ਫਿਰ ਤੁਹਾਨੂੰ ਮੌਤ ਦਾ ਡਰ ਭੈ ਖਤਮ ਹੋ ਜਾਏਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਰੀਰ ਕਰਕੇ ਸੰਸਾਰ ਤੋਂ ਤੁਸੀਂ ਚਲੇ ਜਾਓਗੇ, ਪਰ ਆਤਮਾ ਕਰਕੇ ਤੁਸੀਂ ਹਜੇ ਵੀ ਨਾਮ ਜਪਦੀ ਰੂਹਾਂ ਦੇ ਵਿੱਚ ਹੀ ਹੋਗੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸ਼ੀਤਲ ਸਿੰਘ ਜੀ ਕਿੱਥੇ ਨਹੀਂ ਗਏ, ਇੱਥੇ ਹੀ ਬੈਠੇ ਹਨ। ਦੇਖਣ ਵਾਲੀ ਅੱਖ ਦੇਖ ਸਕਦੀ। ਸਾਧੂ ਕਦੇ ਨਹੀਂ ਜਾਂਦੇ, ਇਹ ਸਾਡਾ ਭੁਲੇਖਾ ਹੈ। ਉਹ ਤਾਂ ਇੱਧਰ ਹੀ ਫਿਰਦੇ ਪਏ ਹਨ, ਪਤਾ ਨਹੀਂ ਕਿਹਦੇ ਕੋਲ ਜਾ ਕੇ ਬਹਿ ਜਾਣ। ਉਹਨਾਂ ਦੀ ਮੌਜ ਹੈ ਮਹਾਂਪੁਰਸ਼ਾਂ ਦੀ। ਅੰਮ੍ਰਿਤ ਨਾਮ ਸਦਾ ਮਨ ਮਿੱਠਾ। ਜਿਹੜਾ ਅੰਮ੍ਰਿਤ ਨਾਮ ਹੁੰਦਾ ਨਾ, ਇਹ ਸਦਾ ਹੀ ਮਿੱਠਾ ਹੁੰਦਾ ਜੀ। ਸ਼ਬਦੇ ਪਾਵੈ ਕੋਈ, ਸ਼ਬਦ ਦੇ ਅਭਿਆਸ ਨਾਲ ਹੀ ਇਹ ਮਿਲੇਗਾ, ਵਿਚਾਰ ਨਾਲ ਹੀ ਪ੍ਰਾਪਤੀ ਹੁੰਦਾ ਨਾਮ। ਦਾਤਾ ਦਾਤ ਰੱਖੀ ਹੱਥ ਆਪਣੇ। ਦਾਤੇ ਨੇ ਇਹ ਵੱਡੀ ਦਾਤ ਹੈ ਨਾਮ, ਇਹ ਆਪਣੇ ਹੱਥ ਰੱਖ ਲਈਏ। ਇਹ ਦੇਖੋ ਆਪਣੇ ਹੱਥ ਰੱਖੀ ਪਰਮਾਤਮਾ। ਜਿਸ ਭਾਵੈ ਤਿਸ ਦੇਈ। ਜਿਨ੍ਹਾਂ ਨੂੰ ਭਾਉ ਬਣੇਗਾ, ਪ੍ਰੇਮ ਬਣੇਗਾ, ਜਿਨ੍ਹਾਂ ਨੂੰ ਸਤਿਗੁਰ ਭਾ ਜਾਣ, ਸਤਿਗੁਰ ਨੂੰ ਚੰਗਾ ਲੱਗੇਗਾ ਮਨੁੱਖ, ਉਹਨੂੰ ਹੀ ਦੇਣਗੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹਦੇ ਮਰਜ਼ੀ ਦੇ ਉੱਪਰ ਡਿਪੈਂਡ ਹੈ ਹੁਣ। ਜੇ ਸਤਿਗੁਰੂ ਜੀ ਨੂੰ ਸਾਡਾ ਨਾਮ ਜਪਿਆ ਭਾ ਜਾਏ, ਫਿਰ ਉਹ ਦੇਣਗੇ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਾਹ ਜਾਪੈ ਸਹੀ। ਨਾਮ ਦੇ ਅੰਦਰ ਜਿਹੜਾ ਰਤਿਆ ਜਾਏਗਾ ਨਾ, ਰੰਗਿਆ ਜਾਏਗਾ, ਉਹ ਸੁਖ ਪਾਏਗਾ। ਤੇ ਦਰਗਾਹ ਦੇ ਅੰਦਰ ਉਹਦੀ ਹੀ ਪਹਿਚਾਣ ਹੋਏਗੀ, ਹੋਰ ਕਿਸੇ ਦੀ ਨਹੀਂ ਹੋਏਗੀ। ਉਹਨੂੰ ਦਰਗਾਹ ਦੇ ਵਿੱਚ ਵੀ ਸਤਿਕਾਰ ਮਿਲੇਗਾ, ਫੁੱਲਾਂ ਦੀ ਬਰਸਾਤ ਦੇਵਤੇ ਕਰਨਗੇ। ਇਹ ਫਾਇਦਾ ਹੈ ਜੀ ਨਾਮ ਜਪਣ ਦਾ। ਸਤਿਗੁਰੂ ਮਹਾਰਾਜ ਇਹੀ ਗਿਆਨ ਬਖਸ਼ਦੇ ਹਨ ਕਿ ਨਾਮ ਜਪੋ ਤੇ ਜਪਾਓ। ਅੱਜ ਸੰਤ ਬਾਬਾ ਹੋਤੀ ਮਰਦਾਨ ਜੀ, ਹੋਤੀ ਮਰਦਾਨ ਵਾਲੇ ਬਾਬਾ ਜੀ ਕਰਮ ਸਿੰਘ ਜੀ, ਜਿਨ੍ਹਾਂ ਦੇ ਜੀਵਨ ਤੋਂ ਇੱਕ ਖੁਸ਼ਬੂ ਲੈਂਦੇ ਹਾਂ ਘਟਨਾ। ਇਹ ਫੌਜੀ ਸਨ। ਫੌਜੀ ਜਿੰਨੇ ਵੀ ਮਹਾਂਪੁਰਸ਼ ਇਕੱਲੇ ਹੋਏ ਹਨ ਨਾ, ਇਹ ਕੁਦਰਤੀ ਗੱਲ ਹੈ, ਸਾਰੇ ਫੌਜ ਤੋਂ ਹੀ ਆਏ। ਬਾਬਾ ਅਤਰ ਸਿੰਘ ਜੀ ਮਸਤੋਆਣੇ ਵਾਲੇ, ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਹੋਤੀ ਮਰਦਾਨ ਵਾਲੇ ਬਾਬਾ ਜੀ। ਇਹ ਸਾਰਿਆਂ ਦੀ ਜੀਵਨੀ ਦੇ ਵਿੱਚੋਂ ਇਹੀ ਪ੍ਰਾਪਤੀ ਹੋਈ ਹੈ ਕਿ ਫੌਜ ਦੇ ਵਿੱਚ ਨੌਕਰੀਆਂ ਕੀਤੀਆਂ ਇਹਨਾਂ ਨੇ, ਆਰਮੀ ਵਿੱਚ। ਦੇਸ਼ ਵਾਸਤੇ ਮਰ ਮਿਟਣ ਵਾਲੇ ਫੌਜੀ ਹੁੰਦੇ, ਇਮਾਨਦਾਰ ਫੌਜੀ। ਹੁਣ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ, ਬੜਾ ਹੀ ਨਵੀਂ ਉਹਨਾਂ ਨੂੰ ਤਪੱਸਿਆ ਦੀ ਲਗਨ ਲੱਗ ਗਈ ਹੈ। ਅੱਜ ਨਾਮ ਹਮੇਸ਼ਾ ਹੀ ਰੰਗਿਆ ਜਾਂਦਾ ਹੈ। ਦਿਲ ਕਰਦਾ ਹੈ ਕਿ ਅੰਮ੍ਰਿਤ ਵੇਲੇ ਭਜਨ ਕੀਤਾ ਜਾਵੇ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ। ਅੰਮ੍ਰਿਤ ਵੇਲੇ ਦਾ ਫਲ ਵੀ ਜ਼ਿਆਦਾ ਹੈ। ਹੁਣ ਅੱਜ ਡਿਊਟੀ ਉਹਨਾਂ ਦੀ ਰਾਤ ਦੀ ਪਹਿਰੇ ਦੀ ਸੀ। ਡਿਊਟੀ ਚੇਂਜ ਹੁੰਦੀ ਰਹਿੰਦੀ ਹੈ, ਕਦੀ ਦਿਨ ਤੇ ਕਦੀ ਰਾਤ ਦੀ ਸੀ। ਪਰ ਮਹਾਂਪੁਰਸ਼ ਫੌਜੀ ਡਿਊਟੀ ਤੇ ਅੱਜ ਆਪਣੇ ਕਮਰੇ ਦੇ ਅੰਦਰ ਭਜਨ ਵਿੱਚ ਜੁੜ ਗਏ ਹਨ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪਤਾ ਹੀ ਨਹੀਂ
ड्यूटी जाना कि नहीं जाना पता ही नहीं। ऊपर सुत चढ़ी पी है 10वें द्वार ते, नाम चल रहा है वाहिगुरु वाहिगुरु वाहिगुरु। उधरों एक चुगलखोर निंदक ईरखालू जिन्हों किया जाता है, जड़ा किसी नूं नहीं छड्डदे, वड्डे तो वड्डे भगत दे पिछले जन्मां विच भी, पिछली कथावां तो भी तुहानूं पता लग्या है सब दे दुश्मन होए वैरी। वो ईरखालू नूं मौका चाहिदा सी अज कि इन्हां दी शिकायत किसी तरह वड्डे अफसर तक पहुँच जाए। उन्होंने पता सी थोड़ा बहुत कि ये नाम जपते हैं रात में, सब पता सी। हुण ये मौके की ताड़ सीगा, उन्हें कमरे देखा कि बाबा करम सिंह अज खोती मैदान वाले अपने रूम के अंदर हैं। फटाफट वड्डे अफसर को गया जी, वड्डे को, सब तो वड्डे को जाके उधर जाके चुगली की कि इदा इदा गल है, करम सिंह अपनी ड्यूटी ते नहीं पहुँचा है, तुसी चैक कर सकते हो, चैक पोस्ट से भी जाओ, छापा मारो तो उधर कमरे भी जाओ। रंगे हाथ फड़ाना चाहता जी, रंगे हाथ, ताकि नौकरी चली जाए। हुण की होया, वो निंदक भी नाल है, अफसर भी नाल है। अफसर ने देखा कमरे अंदर भजन की आवाज़ आ रही है तो नाम जपया जा रहा है। वाकई करम सिंह तो इधर है, पर फिर भी अफसर कहता साडा फर्ज बनता है चैक पोस्ट से भी जाना, उत्थे भी चलीए। जदों चैक पोस्ट से पहुँचे, उत्थे की सीन नज़ारा देखते हैं, निंदक भी खड़ा है, वो अफसर भी खड़ा है। इन्नी देर एक अंग्रेज अफसर है ना, अंग्रेज अफसर की ड्यूटियां होंदी सी, गड्डी ते आया है कार ते, उसी चैक पोस्ट से जिथे उन्होंने ड्यूटी सी। आके करम सिंह होती मैदान वाले ने बड़ी सोहनी तरह सलूट मारे, आखो सतनाम श्री वाह, तो रजिस्टर अगे किया है, तो उन्हें बकायदा सिग्नेचर कराए है उन्होंने अफसर के नाल। जड़ा ड्यूटी वाला होंदा उहदे भी अफसर के जड़े सैन होंदे है, मौजूदगी के सैन होंदे, दोनों के सबूत बन गए डायरी। हुण वो दूरों देख रहे यार, निंदक भी देख रहे, असीं उत्थे भी देख आए कमरे च, इत्थे भी, दोनों जगह किस तरह हो सकता है एक बंदा, एक ही हो गया। खैर वो रात बीत गई किसी तरह सोचते सोचते, सवेर हुई तो वो अंग्रेज अफसर बड़ा खुश सी, कहते जड़ा वो सिख प्यारेदार सरदार सी ना, बड़ा ही चंगा बंदा है, उहदी मैं तरक्की करनी है, प्रमोशन, उन्होंने वड्डी ड्यूटी देनी है, बहुत वधिया सलूट मारदा है, बड़ी चंगी ड्यूटी देंदा, उन्होंने बुलाओ। करम सिंह बाबा जी को बुलाया गया। उधरों बाबा जी की समाध खुली है दिन के समय, कहते ओहो अस तो ड्यूटी दी नहीं, एक ही हो गया। हुण फटाफट अफसर का उपरों सुनेहा भी आया, पैसे पहुँच गए कमरे। करम सिंह जी कुछ बोलन ही लगे है, गलती मंगन लगे, मतलब अपनी कोई, तो अंग्रेज अफसर वड्डा बोल पिया जिन्हें रात को आया सी कार ते। वो कहंदा करम सिंह असी तुहाडी ड्यूटी तो बड़े प्रसन्न हाँ, हुण आप जी की प्रमोशन हो रही है, तुहानूं वड्डी अफसर की ड्यूटी दी जाएगी होर अगे महकमे ते तुसीं रात को पहरा दिता, ड्यूटी दी, बहुत अच्छा लगे। निंदक भी कोल खड़ा है, देख रहा है, तब उल्टा ही काम हो गया, प्रमोशन पे पहुंच गई गल। खोती मैदान वाले सच से पैरा देंगे सन शुरू तो ही। वो कहते दिखाना जरा रजिस्टर मैनू, सैन देखे तो सैन भी बाबा जी दे। बाबा जी कहते रात को तो मैं ड्यूटी तो गया ही नहीं, आखो सतनाम श्री वाह, ये कितना हो सकता है, ये कितने करते मेरे सैन, मेरी ड्यूटी कौन दे गया। फिर रमज समझ आई बाबा जी को, ओहो हो वो तो कलगियां वाला गुरु गोबिंद सिंह जी आप आए सन, आखो सतनाम श्री वाह। उन्होंने खेचल करती, जिदे चन्नई में ध्यान लाया, मेरी ड्यूटी देने चले गए, दुनियावी ड्यूटी देनी पेगी रात को, जिस तरह भाई जोगा जी दे खड़ गए सी, वेश्या के दरवाजे से खड़े सी ना, जोगा मैं तेरे जोगा तू मेरे जोगा, तेरी ड्यूटी मैं जाऊंगा। हो बाबा जी कहते अज तो बाद मैं ड्यूटी नहीं करनी जी, बस दुनियावी ड्यूटी तो हुण मैनू छुट्टी दे दी जाए, रिजाइन अस्तीफा, मैं कोई प्रमोशन नहीं लैनी, हुण मैं उसकी नौकरी करनी है जड़ा मेरी नौकरी कर गया। आखो सतनाम श्री वाह, जोर दी बोलिया करो सतनाम श्री वाह। जड़ा मेरी नौकरी कर गया है, हुण मैं उहदे कोल चलिया। अफसर कहते एवें थोड़ा ना हो जाएगा रिजाइन,
ਖਾਲਾ ਜੀ ਦਾ ਵਾੜਾ ਹੈ। ਅੰਗਰੇਜ਼ ਅਫਸਰ ਕਹਿੰਦੇ ਮਹਾਰਾਜ ਐਵੇਂ ਨੌਕਰੀ ਨਹੀਂ ਕੋਈ ਛੱਡ ਸਕਦਾ, ਕੋਈ ਕਾਨੂੰਨ ਵੀ ਹੁੰਦਾ ਹੈ, ਮਰਿਆਦਾ ਵੀ ਹੁੰਦੀ ਹੈ। ਉਹ ਕਹਿੰਦੇ ਮੈਂ ਤਾਂ ਛੱਡਣੀ ਹੈ, ਹੁਣੇ ਹੀ ਛੱਡਣੀ ਹੈ, ਐਜ਼ ਦੀ ਸਪੋਰਟ, ਹੁਣੇ ਹੀ ਖੜੇ ਪੈਰ ਨੌਕਰੀ ਛੱਡਣੀ ਹੈ, ਬਸ ਹੁਣ ਮੈਂ ਚੱਲਿਆ। ਕਹਿੰਦੇ ਫਿਰ ਤੁਹਾਡਾ ਨਾਮ ਹੈ ਤਨਖਾਹ ਦੇ ਰਜਿਸਟਰ ਅੰਦਰ ਤੁਹਾਡਾ ਨਾਮ ਹੈ ਕਰਮ ਸਿੰਘ। ਉਹ ਸਾਰਾ ਅਸੀਂ ਕਿੱਧਰ ਅਸੀਂ ਰਿਕਾਰਡ ਦੇਵਾਂਗੇ ਸਭ ਨੂੰ, ਅੱਗੇ ਤੋਂ ਅੱਗੇ ਜਵਾਬ ਦੇਣੇ ਆ ਰਹੇ ਅਫਸਰ ਨੇ। ਅਸੀਂ ਤੇ ਤੁਹਾਡੀ ਪ੍ਰਮੋਸ਼ਨ ਨੂੰ ਸੋਚਣ ਨੂੰ ਬੈਠੇ, ਤੁਸੀਂ ਆਪਣਾ ਰਿਜ਼ਾਈਨ ਹੀ ਦੇਣ ਲੱਗ ਗਏ। ਨਿੰਦਕ ਦੇਖ ਰਿਹਾ ਕਮਾਲ ਹੈ, ਬਾਬਾ ਜੀ ਆਪ ਹੀ ਚੱਲੇ ਹੈ ਛੱਡ ਕੇ ਨੌਕਰੀ। ਨਿੰਦਕ ਖੁਸ਼ ਹੋ ਰਿਹਾ ਮਨੋ ਮਨ। ਉਹ ਹੁਣ ਬਾਬਾ ਜੀ ਕਹਿੰਦੇ ਭਾਈ ਰਜਿਸਟਰ ਚੈੱਕ ਕਰ ਲਓ, ਜੇ ਮੇਰਾ ਨਾਮ ਹੈ ਤੇ ਮੈਂ ਰੁਕ ਜਾਊਂਗਾ। ਰਜਿਸਟਰ ਚੈੱਕ ਕੀਤਾ ਤੇ ਪੂਰੀ ਲਿਸਟ ਵਿੱਚ ਕਰਮ ਸਿੰਘ ਹੋਤੀ ਮਰਦਾਨ ਜੀ ਦਾ ਨਾਮ ਹੀ ਨਹੀਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਕਹਿੰਦੇ ਉਹ ਅੰਦਰੋਂ ਅਲਮਾਰੀ ਤੋਂ ਰਜਿਸਟਰ ਕੱਢ ਕੇ ਲਿਆ ਪੁਰਾਣਾ, ਉਹਦੇ ਅੰਦਰ ਤਨਖਾਹ ਹਰ ਮਹੀਨੇ ਜਾਂਦੀ ਹੈ ਦਿਖਾ। ਉਹ ਤਨਖਾਹ ਰਜਿਸਟਰ ਆਇਆ, ਉਹਦੇ ਅੰਦਰ ਵੀ ਨਾਮ ਨਹੀਂ ਸੀਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅੰਗਰੇਜ਼ ਅਫਸਰ ਦੇ ਵੀ ਹੱਥ ਜੁੜ ਗਏ, ਮਹਾਂਪੁਰਸ਼ੋ ਤੁਸੀਂ ਜਾ ਸਕਦੇ ਹੋ। ਤੁਹਾਡਾ ਜਿਹੜਾ ਸਿਰ ਤੇ ਜਿੰਨੇ ਹੱਥ ਰੱਖੇ ਨਾ ਰੱਖਿਆ ਉਹ ਡਾਢਾ ਹੈ, ਅਸੀਂ ਉਸ ਤੋਂ ਡਾਢੇ ਨਹੀਂ ਹੋ ਸਕਦੇ। ਉਹੀ ਡਾਢਾ ਹੈ, ਕਲਗੀਆਂ ਵਾਲਾ ਹੀ ਡਾਢਾ ਹੈ ਸਭ ਤੋਂ। ਉਹਦਾ ਹੱਥ ਹੈ ਤੁਹਾਡੇ ਸਿਰ ਤੇ, ਤੁਸੀਂ ਆਰਾਮ ਨਾਲ ਜਿੱਥੇ ਵੀ ਜਾਣਾ ਚਾਹੁੰਦੇ ਹੋ ਜਾ ਸਕਦੇ ਹੋ, ਬੰਦਗੀ ਕਰੋ, ਜਾਓ। ਇੱਦਾਂ ਦੇਖ ਲਓ ਭਗਤੀ ਪਾਸੇ ਫਿਰ ਆਏ ਮਹਾਂਪੁਰਸ਼, ਨੌਕਰੀ ਤੋਂ ਰਿਜ਼ਾਈਨ ਲੈ ਕੇ, ਅਸਤੀਫਾ ਲੈ ਕੇ ਅੱਗੇ ਗਏ। ਫਿਰ ਉਹਨਾਂ ਨੇ ਬੰਦਗੀ ਦਾ ਆਰੰਭਤਾ ਕੀਤੀ। ਕਿੰਨੀ ਦੁਨੀਆ ਨੂੰ ਜੋੜਿਆ ਹੈ, ਕਿੰਨੀ ਦੁਨੀਆ ਨੂੰ ਨਾਮ ਜਪਾਇਆ ਹੈ। ਇਹ ਆਪ ਜੀ ਨੂੰ ਉਹਨਾਂ ਦੀ ਕਿਤਾਬ ਤੋਂ ਪ੍ਰਾਪਤ ਹੋ ਜਾਏਗਾ। ਇੱਕ ਵਾਰ ਪਹਿਲੇ ਦੀ ਵੀ ਗੱਲ ਹੈ, ਜੋ ਕਥਾ ਮੈਂ ਪਹਿਲੇ ਸਰਵਨ ਕਰਾ ਚੁੱਕਾ, ਪਰ ਦੁਬਾਰਾ ਕਰਦੇ ਹਾਂ। ਹੋਤੀ ਮਰਦਾਨ ਵਾਲੇ ਡਿਊਟੀ ਤੇ ਸਨ। ਉਸ ਵੇਲੇ ਸੁਨੇਹਾ ਆਇਆ ਵੱਡੇ ਅਫਸਰ ਦਾ ਕਿ ਫਲਾਣੇ ਸ਼ਹਿਰ ਦੇ ਵਿੱਚ ਦੰਗੇ ਹੋ ਗਏ, ਦੰਗੇ ਫਸਾਦ, ਫਟਾਫਟ ਉੱਧਰ ਡਿਊਟੀ ਜੁਆਇਨ ਕਰੋ, ਜਾਓ ਉੱਧਰ ਸੰਗਤ ਦੀ ਰਖਵਾਲੀ ਕਰੋ, ਜਾ ਕੇ ਪਬਲਿਕ ਨੂੰ ਬਚਾਓ। ਉੱਥੇ ਜਿਹੜੇ ਡਿਊਟੀ ਅਫਸਰ ਗਏ ਨਾਲ ਕਰਮ ਸਿੰਘ ਹੋਤੀ ਮਰਦਾਨ ਵਾਲੇ ਬਾਬਾ ਜੀ ਨਾਲ ਇੱਕ ਲਾਲ ਸਿੰਘ ਸੀ। ਲਾਲ ਸਿੰਘ ਉਹਨਾਂ ਦਾ ਜੋੜੀਦਾਰ ਸਮਝ ਲਓ, ਦੋਸਤ, ਮਿੱਤਰ, ਫੌਜੀ। ਜਦੋਂ ਪਹੁੰਚੇ ਹਨ ਉਸ ਦੰਗੇ ਫਸਾਦ ਵਾਲੇ ਸ਼ਹਿਰ ਵਿੱਚ ਨਾ, ਉੱਥੇ ਜਗ੍ਹਾ ਜਗ੍ਹਾ ਅੱਗ ਲੱਗੀ ਹੈ, ਜਗ੍ਹਾ ਜਗ੍ਹਾ ਬਿਲਡਿੰਗਾਂ ਧੂਤਾਂ, ਇੱਕ ਦੂਜੇ ਨੂੰ ਲੋਕ ਮਾਰ ਕਾਟ ਕਰ ਰਹੇ ਹੈ। ਕਈਆਂ ਦੇ ਘਰ ਉਜੜ ਗਏ, ਕਈ ਅਨਾਥ ਹੋ ਗਏ ਬੱਚੇ। ਬੜਾ ਹੀ ਮਾੜਾ ਸੀਨ ਸੀ। ਹੋਤੀ ਮਰਦਾਨ ਜੀ ਔਰ ਲਾਲ ਸਿੰਘ ਜੀ ਫਟਾਫਟ ਲੋਕਾਂ ਦੀ ਸੰਗਤ ਦੀ ਸੇਵਾ ਤੇ ਜੁੜ ਗਏ, ਪਬਲਿਕ ਦੀ ਸੇਵਾ। ਪਰ ਜਿਹੜੇ ਫੌਜੀ ਸੀ ਉਹ ਕਹਿੰਦੇ ਇਹੀ ਮੌਕਾ ਹੈ ਲੁੱਟਣ ਦਾ, ਭਾਈ ਅਮੀਰ ਬਣਨ ਦਾ ਸੁਨਹਿਰੀ ਮੌਕਾ ਹੈ। ਕਹਿੰਦੇ ਲੋਕ ਤੇ ਦੁਖੀ ਹੈ, ਉਹਨਾਂ ਦੇ ਘਰ ਵਿੱਚ ਸੋਨਾ ਪੈਸਾ ਨਗਦੀ ਪਿਆ ਹੈ, ਚੱਕੋ ਆਪਣੀ ਜੇਬਾਂ ਭਰੋ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਨੂੰ ਕੀ ਲੈਣਾ, ਕਿਹੜਾ ਸਾਨੂੰ ਕੋਈ ਦੇਖ ਰਿਹਾ ਹੈ, ਰੱਬ ਥੋੜ੍ਹਾ। ਰੱਬ ਦਾ ਡਰ ਨਹੀਂ ਸੀ। ਉਹਨਾਂ ਨੇ ਇਹਨਾਂ ਨੂੰ ਵੀ ਤਾਨਾ ਮਾਰਿਆ, ਕਰਮ ਸਿੰਘ ਨੂੰ। ਕਰਮ ਸਿੰਘ ਬਾਬਾ ਜੀ ਨੂੰ ਕਹਿੰਦੇ ਤੁਸੀਂ ਵੀ ਬੈਠੀ ਗੰਗਾ 'ਚ ਹੱਥ ਧੋ ਲਓ, ਰੋਜ਼ ਰੋਜ਼ ਮੌਕਾ ਨਹੀਂ ਮਿਲਦਾ, ਗਰੀਬੀ ਕੱਟੀ ਜਾਏਗੀ, ਸਾਰੀ ਚੱਕੀ ਜਾਏਗੀ, ਅੱਜ ਕਰ ਲਓ, ਲਾ ਲਓ ਹੱਥ ਦੋ ਚਾਰ। ਉਹ ਕਹਿੰਦੇ ਅਸੀਂ ਤਾਂ ਮਨੁੱਖਤਾ ਦੀ ਸੇਵਾ ਕਰਨ ਵਾਸਤੇ ਲਾਏ ਗਏ ਹਾਂ, ਫੌਜੀ ਲੋਕ ਹਾਂ, ਅਸੀਂ ਇਮਾਨਦਾਰੀ ਨਾਲ ਆਪਣੀ ਜਾਨ ਗਵਾ ਦਾਂਗੇ, ਲੇਕਿਨ ਇਹਨਾਂ ਨੂੰ ਬਚਾ ਕੇ ਛੱਡਾਂਗੇ। ਸਾਡਾ ਇਹ ਕੰਮ ਨਹੀਂ ਹੈ, ਸਾਡਾ ਕੰਮ ਇਹਨਾਂ ਨੂੰ ਬਚਾਉਣਾ ਹੈ, ਨਾ ਕਿ ਇਹਨਾਂ ਨੇ ਵਿੱਚ ਵੜ ਕੇ ਲੁੱਟਣਾ, ਇਹਨਾਂ ਨੂੰ ਦੰਗੇ ਫਸਾਦ ਵਿੱਚ ਨਹੀਂ, ਬਿਲਕੁਲ ਨਹੀਂ ਕਰਨਾ ਇਹ ਕੰਮ। ਲਾਲ ਸਿੰਘ ਸਹਿਮਤ ਸੀ ਇਸ ਗੱਲ ਤੋਂ। ਲਾਲ ਸਿੰਘ ਜੀ ਕਹਿੰਦੇ ਕਰਮ ਸਿੰਘ ਜੀ ਮੈਂ ਤੁਹਾਡੇ ਨਾਲ ਹਾਂ, ਇਹ ਜੋ ਮਰਜ਼ੀ ਕਰਨ ਫੌਜੀ, ਆਪਾਂ ਤੁਹਾਡੇ ਨਾਲ ਖੜੇ ਹਾਂ, ਆਓ ਅਸੀਂ ਅੱਗੇ ਆਪਣਾ ਕੰਮ ਕਰੀਏ, ਇਹਨਾਂ ਨੂੰ ਜਾਣ ਦਿਓ, ਲੁੱਟਣ ਦਿਓ। ਹੁਣ ਕਰਮ ਸਿੰਘ ਜੀ ਜਦੋਂ ਅੱਗੇ ਗਏ, ਇੱਕ ਬਜ਼ੁਰਗ ਲੇਡੀਜ਼ ਬੈਠੀ ਹੈ, ਚੀਕਾਂ ਮਾਰਦੀ ਹੈ, ਰੋ ਰੋ ਕੇ ਬੁਰਾ ਹਾਲ ਹੈ। ਕਹਿੰਦੇ ਕੋਈ ਬਚਾਓ, ਕੋਈ ਬਚਾਓ। ਕੋਲ ਆਏ ਕਰਮ ਸਿੰਘ ਜੀ, ਕੀ ਹੋ ਗਿਆ ਮਾਤਾ? ਕਹਿੰਦੇ ਉੱਪਰ ਉਹ ਦੇਖ, ਮੇਰੀ ਪਹਿਲੀ ਮੰਜ਼ਲ ਤੇ ਅੱਗ ਲੱਗੀ ਹੈ, ਖਿੜਕੀ ਤੋਂ ਦੇਖੋ, ਬੜੀ ਅੱਗ ਸੀ, ਬਹੁਤ ਜ਼ਿਆਦਾ। ਉਹਦੇ ਵਿੱਚ ਪਾਲਣੀ ਅੰਦਰ ਭਮੂੜੇ ਤੇ ਛੋਟਾ ਬੱਚਾ, ਮੇਰੀ ਪੋਤਰਾ ਲਾ ਲਓ, ਉਹ ਉੱਧਰ ਰਹਿ ਗਿਆ। ਮੈਂ ਉਹਦੀ ਦਾਦੀ ਲੱਗਦੀ ਹਾਂ, ਕਿਸੇ ਤਰ੍ਹਾਂ ਮੇਰੇ ਉਸ ਬੱਚੇ ਨੂੰ ਬਚਾ ਲਓ। ਉਹਨੂੰ ਨਹੀਂ ਪਤਾ
ਉਹਦੇ ਕਮਰੇ 'ਚ ਅੱਗ ਲੱਗੀ ਹੈ, ਉਹ ਸੜ ਕੇ ਜਿੰਦਾ ਜੀ ਜਲ ਜਾਏਗਾ। ਹੋਤੀ ਮਰਦਾਨ ਵਾਲੇ ਕਹਿੰਦੇ ਮਾਈ ਫਿਕਰ ਨਾ ਕਰ, ਅਸੀਂ ਆ ਗਏ। ਉੱਪਰ ਚੜ੍ਹਨ ਵਾਸਤੇ ਪੌੜੀ ਦੀ ਲੋੜ ਸੀ। ਪੌੜੀ ਢੂੰਡਣ ਵਾਸਤੇ ਇੱਧਰ ਉੱਧਰ ਹੱਥ ਪੈਰ ਮਾਰੇ ਪਰ ਕਿੱਥੋਂ ਨਾ ਲੱਭੇ। ਮਸਾਂ ਉਹਨਾਂ ਨੂੰ ਕਾਫੀ ਸਮਾਂ ਵੇਸਟ ਹੋ ਗਿਆ। ਪੌੜੀ ਲੱਭੀ ਤੇ ਉਹਨਾਂ ਨੇ ਲਾਈ। ਪਹਿਲੀ ਮੰਜ਼ਿਲ ਤੇ ਪੂਰੀ ਨਾ ਹੋਵੇ, ਛੋਟੀ ਪੈ ਗਈ। ਲਾਲ ਸਿੰਘ ਦੂਜੀ ਪੌੜੀ ਦਾ ਇੰਤਜ਼ਾਮ ਕਰ, ਜਲਦੀ ਤੋਂ ਜਲਦੀ ਕਰ, ਛੇਤੀ ਕਰ। ਲਾਲ ਸਿੰਘ ਨੇ ਦੂਜੀ ਪੌੜੀ ਦਾ ਇੰਤਜ਼ਾਮ ਕਰ ਲਿਆ। ਖੈਰ ਹੁਣ ਰੱਸੀ ਨਾ ਲੱਭੇ, ਬੰਨਣ ਵਾਸਤੇ ਜਲਦਬਾਜ਼ੀ ਪਈ ਹੈ ਬਾਬਾ ਜੀ ਨੂੰ। ਉਹਨਾਂ ਨੇ ਆਪਣੀ ਪਗੜੀ ਉਤਾਰਤੀ ਆ, ਦੋਨਾਂ ਨੇ ਆਪਣੇ ਕੇਸ਼ ਹੀ ਨੰਗੇ ਕਰਤੇ। ਆਖੋ ਸਤਨਾਮ ਸ਼੍ਰੀ ਵਾਹ। ਜਿਹੜੀ ਆਨ ਔਰ ਸ਼ਾਨ ਹੁੰਦੀ ਹੈ ਸਿੱਖ ਦੀ, ਉਹਨਾਂ ਨੇ ਕਿਸੇ ਬੱਚੇ ਦੀ ਜਾਨ ਬਚਾਉਣ ਵਾਸਤੇ ਉਹਦਾ ਰੱਸੀ ਬਣਾ ਕੇ ਨਾ ਉਹਨੂੰ 4-5 ਵਾਰੀ ਇਕੱਠਾ ਮਾਰ ਕੇ ਪੌੜੀ ਨੂੰ ਚੰਗੀ ਤਰ੍ਹਾਂ ਬੰਨ੍ਹਤਾ। ਹੁਣ ਪੌੜੀ ਪਹੁੰਚ ਗਈ ਪਹਿਲੀ ਮੰਜ਼ਿਲ ਤੱਕ। ਹੋਤੀ ਮਰਦਾਨ ਵਾਲੇ ਬਾਬਾ ਜੀ ਜਦੋਂ ਪੌੜੀ ਦੇ ਉੱਪਰ ਪਹਿਲਾ ਪੈਰ ਰੱਖਣ ਲੱਗੇ, ਲਾਲ ਸਿੰਘ ਕਹਿੰਦਾ ਮਹਾਰਾਜ ਮਾਫ ਕਰਨਾ, ਦੇਰ ਹੋ ਗਈ ਹੈ। ਉੱਪਰ ਦੇਖੋ ਕੀ ਹਾਲ ਹੈ, ਬੁਰਾ ਹਾਲ ਹੈ ਕਮਰੇ ਦਾ। ਇਹ ਤਾਂ ਇਹ ਸਮਝ ਲਓ ਜਲਦੀ ਭੱਠੀ ਦੇ ਅੰਦਰ ਅੱਗ ਦੇ ਵਿੱਚ ਕੁੱਦਣ ਵਾਲੀ ਗੱਲ ਹੈ। ਆਖੋ ਸਤਨਾਮ ਸ਼੍ਰੀ ਵਾਹ। ਜਲ ਕੇ ਸਵਾਹ ਹੋ ਜਾਓਗੇ, ਨਹੀਂ ਕਰਨਾ ਇਹ ਕੰਮ, ਕਾਫੀ ਦੇਰ ਹੋ ਗਈ ਹੈ। ਕਰਮ ਸਿੰਘ ਜੀ ਕਹਿੰਦੇ ਲਾਲ ਸਿੰਘ ਇੰਨੀ ਜਲਦੀ ਹਾਰ ਗਿਆ? ਜਿਸ ਪਰਮੇਸ਼ਵਰ ਦਾ ਨਾਮ ਜਪਦੇ ਹਾਂ ਉਹ ਸਾਡੀ ਰਾਖੀ ਨਹੀਂ ਕਰੇਗਾ? ਪ੍ਰਹਲਾਦ ਨੇ ਭੱਠੀ ਦੇ ਅੰਦਰ ਬਿੱਲੀ ਦਾ ਬੱਚਾ ਬਚਵਾਤਾ ਸੀ ਨਾਮ ਨਾਲ, ਤੇ ਅਸੀਂ ਨਹੀਂ ਬਚਾ ਸਕਦੇ ਆਪਣੇ ਆਪ ਨੂੰ? ਬਾਬਾ ਜੀ ਕਹਿੰਦੇ ਤੂੰ ਇਹ ਪੜ੍ਹ, ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਓ ਨਾ ਲੱਗ ਗਈ, ਪਾਰ ਬ੍ਰਹਮ ਸਨਾਈ, ਚੌਗਿਰਦ ਹਮਾਰੇ ਰਾਮ का, ਦੁੱਖ ਲਗੇ ਨਾ ਪਾਈ। ਬਿਲਕੁਲ ਦੁੱਖ ਨਹੀਂ ਲੱਗੇਗਾ ਇਹ ਸ਼ਬਦ ਉਚਾਰਨ ਕਰਦੇ ਭਾਈ। ਤੇ ਬਾਬਾ ਜੀ ਆਪ ਕਬੀਰ ਜੀ ਦਾ ਸ਼ਬਦ ਪੜ੍ਹਨ ਲੱਗੇ, ਮੂੰਹ ਜ਼ਬਾਨੀ ਯਾਦ ਸੀ ਕੰਠ। ਆਪੇ ਪਾਵਕ ਆਪੇ ਪਵਨਾ। ਜਦੋਂ ਪਾਵਕ ਹਵਾ ਵੀ ਹੋਈ ਹੈ, ਆਪੇ ਪਾਵਕ ਯਾਨੀ ਅੱਗ ਵੀ ਹੋਈ ਹੈ, ਅਗਨੀ ਦਾ ਰੂਪ ਵੀ ਪਰਮਾਤਮਾ ਹੈ, ਤੇ ਪਵਨਾ ਵੀ ਹੋਈ ਹੈ, ਹਵਾ ਵੀ ਹੋਈ ਹੈ। ਕਹਿੰਦੇ ਉਹ ਕਿਤਨਾ ਸਾਨੂੰ ਜਲਾ ਸਕਦਾ ਹੈ ਜਦ ਉਹਦਾ ਰੂਪ ਹੀ ਹੈ ਭਾਈ। ਪਰਮੇਸ਼ਵਰ ਦਾ ਰੂਪ ਹੈ ਅਗਨੀ, ਨਹੀਂ ਜਲਾ ਸਕਦਾ। ਜਦੋਂ ਇਹ ਕਹਿੰਦੇ ਅੱਗੇ ਜਾ ਰਹੇ ਹਨ, ਪੌੜੀ ਚੜ੍ਹਦੇ ਇੱਕ ਸਟੈਪ ਤੇ ਕੰਬਲ ਜਾ ਫੌਜੀ ਨੇ ਕੀਤਾ ਹੁੰਦਾ, ਕੰਬਲ ਮਾਰ ਕੇ ਨਾ ਬੁੱਕੀ ਅੱਗ ਦੇ ਵਿੱਚ ਠਾਂ ਡਾਈ ਛਲਾਂਗ। ਉੱਥੇ ਬੱਚੀ ਬਿਲਕੁਲ ਸੁੱਤੀ ਹੈ, ਆਰਾਮ ਨਾਲ ਉਹ ਬੱਚਾ ਸੁੱਤਾ ਹੈ। ਬੱਚੇ ਨੂੰ ਗੋਦ ਵਿੱਚ ਚੱਕਿਆ ਹੈ, ਕੰਬਲ ਵਿੱਚ ਲਪੇਟ ਕੇ, ਤੇ ਬਿਲਕੁਲ ਸਹੀ ਸਲਾਮਤ ਥੱਲੇ ਉਤਰਦੇ ਪਏ ਹਨ। ਲਾਲ ਸਿੰਘ ਵੀ ਦੇਖਦਾ ਹੈ, ਧੰਨ ਹਨ ਕਰਮ ਸਿੰਘ, ਧੰਨ ਹੈ ਤੂੰ। ਥੱਲੇ ਆ ਕੇ ਜਦੋਂ ਮਾਈ ਦੀ ਗੋਦ ਵਿੱਚ ਬੱਚਾ ਰੱਖਿਆ ਹੈ, ਮਾਈ ਦੀ ਜਿਹੜੇ ਆਂਸੂ ਜਿਹੜੇ ਵਗ ਰਹੇ ਸੀ, ਜ਼ੋਰ ਦੀ ਰੋ ਰਹੀ ਸੀ, ਉਹ ਖੁਸ਼ੀ ਵਿੱਚ ਆਂਸੂ ਬਦਲ ਗਏ। ਰੋ ਹਜੇ ਵੀ ਰਹੀ ਹੈ, ਰੋਣਾ ਨਹੀਂ ਰੋਕਿਆ, ਪਰ ਖੁਸ਼ੀ ਦੇ ਵਿੱਚ ਰੋ ਰਹੀ ਹੈ। ਆਖੋ ਸਤਨਾਮ ਸ਼੍ਰੀ ਵਾਹ। ਕਹਿੰਦੀ ਇੰਨਾ ਚੰਗਾ ਕੰਮ ਬੀਜਿਆ ਤੂੰ ਭਾਈ। ਇਹ ਫੌਜੀਆ ਮੈਂ ਤੈਨੂੰ ਕੁਛ ਨਹੀਂ ਦੇ ਸਕਦੀ, ਮੇਰੇ ਕੋਲ ਕੁਛ ਨਹੀਂ ਹੈ, ਸਭ ਮੇਰਾ ਸਵਾਹ ਹੋ ਗਿਆ ਜਲ ਕੇ, ਪਰ ਇੱਕ ਚੀਜ਼ ਦੇ ਸਕਦੀ ਹਾਂ ਤੈਨੂੰ ਫੌਜੀਆ। ਕਰਮ ਸਿੰਘ ਜੀ ਕਹਿੰਦੇ ਸਾਡੀ ਡਿਊਟੀ ਸੀ, ਅਸੀਂ ਕੁਛ ਨਹੀਂ ਲੈਣਾ ਮਾਤਾ, ਸਾਨੂੰ ਕੋਈ ਲੋਭ ਨਹੀਂ। ਕਹਿੰਦੇ ਮੈਂ ਦੇਵਾਂਗੀ, ਤੂੰ ਨਾ ਲੈ, ਮੈਂ ਦੇਵਾਂਗੀ। ਮੈਂ ਤੈਨੂੰ ਅਸੀਸ ਦੇਣੀ ਆ, ਜਿਸ ਤਰ੍ਹਾਂ ਤੂੰ ਮੇਰੀ ਛਾਤੀ ਨੂੰ, ਮੇਰੇ ਮਨ ਨੂੰ ਠੰਡਾ ਕੀਤਾ ਹੀ ਨਾ, ਮਨ ਨੂੰ, ਜਾ ਇੱਕ ਦਿਨ ਤੇਰਾ ਨਾਮ ਲੈ ਕੇ ਵੀ ਲੋਕਾਂ ਨੂੰ ਮਨ ਵਿੱਚ ਠੰਡ ਪੈ ਜਾ ਕਰੇਗੀ। ਆਖੋ ਸਤਨਾਮ ਸ਼੍ਰੀ। ਤੇਰਾ ਇੰਨਾ ਨਾਮ ਹੋਏਗਾ ਸੰਸਾਰ, ਜਿੱਥੇ ਜਾਏਗਾ ਉੱਥੇ ਤੂੰ ਠੰਡ ਪਾ ਕੇ ਆਏਗਾ। ਔਰ ਹੋਤੀ ਮਰਦਾਨ ਵਾਲੇ ਬਾਬਾ ਜੀ ਕਈਆਂ ਲੋਕਾਂ ਦਾ ਭਲਾ ਕਰ ਗਏ, ਕਈਆਂ ਨੂੰ ਅੰਮ੍ਰਿਤ ਛਕਾ ਗਏ, ਗੁਰੂ ਨਾਲ ਜੋੜ ਗਏ। ਅੱਜ ਵੀ ਉਹਨਾਂ ਦਾ ਨਾਮ ਜਿੰਦਾ ਹੈ। ਨਾਮ ਦੀ ਠੰਡ ਉਹਨਾਂ ਦੀ ਮਹਿਸੂਸ ਕੀਤੀ ਜਾ ਸਕਦੀ ਹੈ। ਇਹ ਸੰਤਾਂ ਦੀ ਕਰਨੀ ਤੇ ਕਥਨੀ ਇੱਕੋ ਗੱਲ ਹੁੰਦੀ ਹੈ। ਇਹ ਉਹਨਾਂ ਦੀ ਕਮਾਈ ਬੋਲਦੀ ਹੈ ਜੀ। ਇਹ ਦੋ ਘਟਨਾਵਾਂ ਉਹਨਾਂ ਦੇ ਜੀਵਨ ਤੋਂ ਅੱਜ ਦਿੱਤੀ ਗਈ ਹੈ। ਜੇ ਕਿਸੇ ਨੂੰ ਚੰਗੀ ਲੱਗੀ ਹੋਏ
ਤੇ ਜ਼ਰੂਰ ਉਹਨਾਂ ਦੇ ਗੁਣ ਧਾਰੋ। ਸਾਡੇ ਅੰਦਰ ਵੀ ਤਬਦੀਲੀ ਆਏਗੀ, ਇੱਕ ਬੜੀ ਹੀ ਵੱਡਾ ਚੇਂਜ ਆਏਗਾ ਲਾਈਫ ਅੰਦਰ। ਸਾਨੂੰ ਵੀ ਕੋਈ ਸਿੱਖਿਆ ਇਹਨਾਂ ਦੇ ਜੀਵਨ ਤੋਂ ਪ੍ਰਾਪਤ ਹੋਏ ਤੇ ਜ਼ਰੂਰ ਅਸੀਂ ਗੁਰੂ ਨਾਲ ਜੁੜ ਕੇ ਨਾਮ ਜਪਾਂਗੇ, ਵਿਸ਼ਵਾਸ ਭਰੋਸੇ ਨਾਲ, ਇਮਾਨਦਾਰੀ ਨਾਲ ਡਿਊਟੀ ਦੇਵਾਂਗੇ, ਇਮਾਨਦਾਰੀ ਨਾਲ। ਆਓ ਸਾਰੇ ਨਾਮ ਜਪੀਏ, ਵਾਹਿਗੁਰੂ 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 ਵਾਹਿਗੁਰੂ।